ਅਸ਼ੀ ਯੋਗ ਗੁਰੂ ਬਾਬਾ ਰਾਮਦੇਵ ਜਿਨ੍ਹਾਂ ਦਾ ਨਾਰਾ ਸੀ ਕਰੋ ਯੋਗ ਤੇ ਰਹੋ ਨਿਰੋਗ। ਪਰ ਉਹਨਾਂ ਦੀਆਂ ਕੁਝ ਬਿਆਨਬਾਜ਼ੀਆਂ ਤੇ ਕੁਝ ਹਰਕਤਾਂ ਇਹੋ ਜਿਹੀਆਂ ਹੋ ਜਾਂਦੀਆਂ ਨੇ ਜਿਹੜੀਆਂ ਵਿਵਾਦ ਦੇ ਵਿੱਚ ਖੜੀਆਂ ਹੋ ਜਾਂਦੀਆਂ ਨੇ। ਭਾਵੇਂ ਉਹ ਰਾਮਲੀਲਾ ਗਰਾਊਂਡ ਦੇ ਵਿੱਚ ਸਰਕਾਰ ਦਾ ਰੋਸ ਪ੍ਰਦਰਸ਼ਨ, ਸਰਕਾਰ ਲਈ ਰੋਸ ਪ੍ਰਦਰਸ਼ਨ ਹੋਵੇ ਜਾਂ ਫਿਰ ਹੁਣ ਕਰੋਨਾ ਦੇ ਲਈ ਬਣਾਈ ਗਈ ਦਵਾਈ ਕੋਰੋਨਿਲ। ਇਹ ਵੀ ਕਿਹਾ ਜਾ ਸਕਦਾ ਹੈ ਕਿ ਬਾਬਾ ਰਾਮਦੇਵ ਨੂੰ ਭੱਜਣ ਦਾ ਤਜਰਬਾ ਹੈ। ਇੱਕ ਵਾਰ ਫਿਰ ਤੋਂ ਹੁਣ ਕੋਰੋਨਿਲ ਨੂੰ ਲੈ ਕੇ ਜਦੋਂ ਉਹ ਵਿਵਾਦਾਂ 'ਚ ਤੇ ਮੁਸੀਬਤ 'ਚ ਫਸ ਗਏ ਨੇ, ਉੱਤਰਾਖੰਡ ਸਰਕਾਰ ਵੱਲੋਂ ਵੀ ਇਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਲੰਘੇ ਦਿਨੀ ਕੇਂਦਰ ਸਰਕਾਰ ਦੇ ਵੱਲੋਂ ਕੋਰੋਨਿਲ ਦੇ ਪ੍ਰਚਾਰ ਤੇ ਜਿਹੜੀ ਪਾਬੰਦੀ ਲਗਾਈ ਗਈ ਸੀ, ਇਹ ਕਿਹਾ ਗਿਆ ਸੀ ਬਾਬਾ ਰਾਮਦੇਵ ਵੱਲੋਂ ਕਿ ਇਹ ਦਵਾਈ ਕੋਰੋਨਾ ਵਾਇਰਸ ਦੇ ਖਾਤਮੇ ਲਈ ਬਣਾਈ ਗਈ ਹੈ। ਇਸੇ ਬਿਆਨ ਤੋਂ ਬਾਅਦ ਉਹਨਾਂ ਦਾ ਬੇਹੱਦ ਰੋਸ ਹੋਇਆ, ਇਹ ਬਿਆਨ ਵਿਵਾਦਿਤ ਹੋ ਨਿਬੜਿਆ ਤੇ ਹੁਣ ਜਦੋਂ ਉੱਤਰਾਖੰਡ ਸਰਕਾਰ ਨੇ ਨੋਟਿਸ ਭੇਜਿਆ ਤਾਂ ਬਾਬਾ ਰਾਮਦੇਵ ਛਾਲ ਮਾਰ ਗਏ ਨੇ ਇਸ ਬਿਆਨ ਤੋਂ। ਕਹਿੰਦੇ ਜੀ ਮੈਂ ਤਾਂ ਇਹੋ ਜੀ ਕੋਈ ਦਵਾਈ ਬਣਾਈ ਨਹੀਂ। ਜੀ ਬਾਬਾ ਰਾਮਦੇਵ ਦਾ ਜਿਸ ਤਰ੍ਹਾਂ ਤੁਸੀਂ ਤਜਰਬਾ ਕੀਤਾ ਕਿ ਉਹਨੂੰ ਭੱਜਣ ਦਾ ਤਜਰਬਾ ਬਹੁਤ ਹੈ। ਬਾਬਾ ਰਾਮਦੇਵ ਆਖਰੀ ਮੌਕਾ ਦੇਖ ਕੇ ਪਲਟੀ ਮਾਰਨ 'ਚ ਮਸ਼ਹੂਰ ਨੇ, ਕਿਉਂਕਿ ਉਹ ਯੋਗ ਯਾਗ ਕਰਦੇ ਰਹਿੰਦੇ ਨੇ, ਸਰੀਰ ਫਿੱਟ ਆ ਉਹਨਾਂ ਦਾ, ਤੇ ਉਹਨਾਂ ਨੂੰ ਪਲਟੀ ਪੁਲਟੀ ਮਾਰਨ ਲੱਗਿਆ ਕੋਈ ਪ੍ਰੋਬਲਮ ਨਹੀਂ ਆਉਂਦੀ, ਕਿਉਂਕਿ ਉਹ ਸਿਹਤ ਫਿੱਟ ਹੋਣ ਕਰਕੇ ਉਹ ਇੱਕਦਮ ਹੀ ਜਿਹੜਾ ਬਿਆਨ ਤੋਂ ਵੀ ਪਲਟ ਸਕਦੇ ਆ ਤੇ ਅੰਦਾਜ਼ ਤੋਂ ਵੀ ਪਲਟ ਸਕਦੇ ਆ। ਬਾਬਾ ਰਾਮਦੇਵ ਦੀ ਇੱਕ ਤਾਰੀਫ ਕਰਨੀ ਬਣਦੀ ਹੈ ਕਿ ਉਹ ਯੋਗਾ ਨੂੰ ਵਰਲਡ ਲੈਵਲ ਤੇ ਲੈ ਕੇ ਗਏ, ਉਹਨਾਂ ਕਰਕੇ ਯੋਗ ਜਿਹੜਾ ਹੈਗਾ ਦੁਨੀਆ 'ਚ ਪ੍ਰਸਿੱਧ ਹੋਇਆ। ਪਰ ਇਸ ਸਮੇਂ ਬਾਬਾ ਇੰਜ ਜਾਪਦਾ ਕਿ ਇੱਕ ਕਮਰਸ਼ੀਅਲ ਬਿਜ਼ਨਸਮੈਨ ਵੀ ਹੈ ਨਾਲ ਦੀ ਨਾਲ। ਬਾਬਾ ਸਿਰਫ ਉਹ ਸੰਨਿਆਸੀ ਯੋਗੀ ਨਹੀਂ ਹੈ ਹੁਣ ਕਿ ਜਿਹੜੇ ਸੰਨਿਆਸੀ ਯੋਗੀਆਂ ਦਾ ਕੰਮ ਸਿਰਫ ਲੋਕਾਂ ਦਾ ਭਲਾ ਕਰਨਾ ਹੁੰਦਾ ਹੈ, ਤੇ ਸੰਨਿਆਸੀ ਯੋਗੀਆਂ ਦਾ ਕੰਮ ਹੁੰਦਾ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ ਤੇ ਆਪਣਾ ਬੋਝਾ ਉਹਨਾਂ ਦਾ ਖਾਲੀ ਹੁੰਦਾ ਹੈ। ਪਰ ਬਾਬਾ ਰਾਮਦੇਵ ਅਰਬਾਂ ਰੁਪਈਆਂ ਦੀ ਇੱਕ ਪਤੰਜਲੀ ਕੰਪਨੀ ਚਲਾਉਂਦਾਗਾ, ਜਿਹਦੇ ਉਹ ਕਰਤਾ ਧਰਤਾ ਵੀ ਨੇ, ਤਾਂ ਇਸ ਕਰਕੇ ਬਾਬਾ ਰਾਮਦੇਵ ਵੀ ਹੁਣ ਇੱਕ ਬਿਜ਼ਨਸਮੈਨ ਹੈ। ਤਾਂ ਉਸੇ ਬਿਜ਼ਨਸ ਵਾਲੇ ਅੰਦਾਜ਼ 'ਚ ਉਹਨਾਂ ਨੇ ਇੱਕ ਦਵਾਈ ਲਾਂਚ ਕੀਤੀ ਜਿਹਦਾ ਨਾਮ ਕੋਰੋਨਿਲ ਰੱਖਿਆ, ਤੇ ਇਹ ਕਿਹਾ ਕਿ ਇਹ ਕਰੋਨਾ ਵਾਇਰਸ ਦਾ ਖਾਤਮਾ ਕਰੂਗੀ। ਤੇ ਅਸੀਂ 100 ਕੇ ਵਿਅਕਤੀਆਂ ਤੇ ਇਹ ਦਵਾਈ ਨੂੰ ਵਰਤ ਕੇ ਦੇਖਿਆ ਤੇ ਬਹੁਤ ਵਧੀਆ ਨਤੀਜੇ ਤੇ ਨਿਕਲੇ। 100 ਦੇ 100 ਮਰੀਜ਼ ਹੀ ਠੀਕ ਹੋ ਗਏ। ਐਕਚੁਅਲੀ ਉਹ ਦਵਾਈ ਦੇ ਵਿੱਚ ਜਿਹੜੀ ਸਮੱਗਰੀ ਬਾਬਾ ਦੱਸ ਰਿਹਾ ਹੈਗਾ, ਉਹ ਸਮੱਗਰੀ ਤਾਂ ਵੱਡੇ ਪੱਧਰ ਤੇ ਭਾਰਤ ਦੇ ਵਿੱਚ ਲੋਕ ਵਰਤਦੇ ਨੇ, ਕਿਉਂਕਿ ਕਾੜੇ ਬਣਾ ਕੇ ਭਾਰਤ ਵਿੱਚ ਬਹੁਤ ਪੀਤੇ ਗਏ ਨੇ ਕਰੋਨਾ ਵਾਇਰਸ ਦੇ ਸਮੇਂ ਦੇ ਵਿੱਚ। ਤਾਂ ਉਹ ਕਾੜੇ ਜਿਹੜੇ ਹੈਗੇ ਨੇ ਇਮਿਊਨਿਟੀ ਬੂਸਟ ਕਰਦੇ ਨੇ। ਜਦੋਂ ਇਮਿਊਨਿਟੀ ਬੂਸਟ ਹੁੰਦੀ ਹੈ ਤਾਂ ਤੁਹਾਡਾ ਸਰੀਰ ਕਰੋਨਾ ਵਾਇਰਸ ਦੇ ਉੱਪਰ ਦੀ ਪੈ ਜਾਂਦਾ ਹੈ। ਤਾਂ ਲੱਗਦੇ ਹੱਥ ਹੀ ਬਾਬੇ ਵੱਲੋਂ ਇੱਕ ਹੋਰ ਕਮਰਸ਼ੀਅਲ ਕਾਰਡ ਖੇਡਿਆ ਗਿਆ ਸੰਨਿਆਸੀ ਵਾਲਾ ਛੱਡ ਕੇ, ਕਿ ਉਹਨਾਂ ਨੇ ਦਵਾਈ ਲਾਂਚ ਕਰਤੀ ਆਪਣੀ, ਉਹਦੀ ਕੋਈ ਸਾਇੰਟੀਫਿਕ ਸਰਟੀਫਿਕੇਟ ਨਹੀਂ ਲਿਆ, ਸਾਇੰਟੀਫਿਕ ਤੌਰ ਤੇ ਕੋਈ ਪ੍ਰੂਫ ਨਹੀਂ ਕਰਵਾਈ ਉਹ, ਤਾਂ ਉਹਦੀ ਚਰਚਾ ਹੋਣੀ ਤਾਂ ਸੁਭਾਵਿਕ ਸੀ। ਤਾਂ ਜਦੋਂ ਬਾਬੇ ਨੇ ਹਲੇ ਫੋਟੋਆਂ ਖਿਚਾਈਆਂ ਉਹਦੀਆਂ, ਤਾਂ ਟੀਵੀਆਂ ਤੇ ਹਲੇ ਖਬਰ ਚੱਲ ਹੀ ਰਹੀ ਸੀ ਤੇ ਨਾਲ ਦੀ ਨਾਲ ਫਲੈਸ਼ ਆਉਣ ਲੱਗ ਗਈ ਕਿ ਕੇਂਦਰ ਸਰਕਾਰ ਵੱਲੋਂ ਇਹ ਦਵਾਈ ਦੇ ਪ੍ਰਚਾਰ ਰੋਕ ਲਗਾ ਦਿੱਤੀ ਗਈ। ਤਾਂ ਗੱਲ ਸਿਰਫ ਦਵਾਈ ਦੇ ਪ੍ਰਚਾਰ ਤੇ ਰੋਕ ਲਗਾਉਣ ਤੇ ਨਹੀਂ ਖੜੀ। ਬਾਬਾ ਜਦੋਂ ਸਿਆਸੀ ਘੁੰਮਣ ਘੇਰੀਆਂ ਚੋਂ ਬਾਹਰ ਆ ਕੇ ਕਾਨੂੰਨੀ ਦਾ ਪੇਚਾਂ 'ਚ ਫਸਦਾ ਦਿਖਾਈ ਦਿੱਤਾ, ਤਾਂ ਬਾਬਾ ਰਾਮਦੇਵ ਨੇ ਜਿਹੜੀ ਯੋਗ ਨਾਲ ਫਿਟਨੈਸ ਲਈ ਸੀ, ਤਾਂ ਉਹ ਫਿਟਨੈਸ ਉਹਨਾਂ ਦੇ ਕੰਮ ਆਉਂਦੀ ਦਿਖਾਈ ਦਿੱਤੀ ਤੇ ਉਹ ਇੱਕਦਮ ਹੀ ਜਿਹੜਾ ਹੈਗਾ ਆਪਣੇ ਬਿਆਨ ਤੋਂ ਪਲਟ ਗਏ। ਸਭ ਤੋਂ ਪਹਿਲਾਂ ਰਾਜਸਥਾਨ ਦੇ ਵਿੱਚ FIR ਦਰਜ ਹੋਈ। ਰਾਜਸਥਾਨ ਦੇ ਵਿੱਚ ਜਦੋਂ FIR ਦਰਜ ਹੋਈ ਤਾਂ ਬਾਬੇ ਦੇ ਨਾਲ ਜਿਹੜੇ ਡਾਕਟਰ ਸਾਹਿਬ ਸੀਗੇ ਉਹ ਤਾਂ ਉਹਦੀ ਆਪਣੇ ਬਿਆਨ ਤੋਂ ਪਲਟ ਗਏ। ਉਹ ਕਹਿੰਦੇ ਮੈਂ ਤਾਂ ਗੱਲ ਕੀਤੀ ਨਹੀਂ ਕਿ 100 ਤੋਂ 100 ਮਰੀਜ਼ ਠੀਕ ਹੋ ਗਏ, ਇਹ ਤਾਂ ਬਾਬੇ ਰਾਮਦੇਵ ਨੇ ਕੀਤੀ ਹੈ। ਬਾਬੇ ਰਾਮਦੇਵ ਤੋਂ ਪੁੱਛੋ ਕਿ ਉਹਨੇ ਕਿਉਂ ਕੀਤੀ ਹੈ। ਜਾਣੀ ਕਿ ਇਹ ਪਹਿਲਾ ਪਲਟ ਸੀਗਾ ਬਾਬਾ ਜਦੋਂ ਪਲਟੇ, ਡਾਕਟਰ ਸਾਹਿਬ ਪਲਟੇ। ਤੇ ਇਹਦੇ ਬਾਅਦ ਜਿਹੜੇ ਆਚਾਰੀਆ ਹੁੰਦੇ ਨੇ ਬਾਬੇ ਦੇ ਨਾਲ, ਤਾਂ ਉਹਨਾਂ ਨੇ ਵੀ ਕਿਹਾ ਕਿ ਅਸੀਂ ਤਾਂ ਦਵਾਈ ਲਾਂਚ ਕੀਤੀ ਨਹੀਂ, ਅਸੀਂ ਤਾਂ ਸਿਰਫ ਇੱਕ ਐਡ ਪ੍ਰਚਾਰ ਕੀਤਾ ਸੀਗਾ, ਐਡ ਨਹੀਂ ਕੀਤੀ, ਕੋਈ ਦਵਾਈ ਲਾਂਚ ਨਹੀਂ ਕੀਤੀ। ਅਸੀਂ ਤਾਂ ਲੋਕਾਂ ਨੂੰ ਸਿਰਫ ਦੱਸਿਆ ਸੀ ਸਮਾਗਮ ਦੇ ਵਿੱਚ ਕਿ ਆਹ ਦਵਾਈ ਪਤੰਜਲੀ ਨੇ ਬਣਾ ਲਈ ਹੈ ਜੀ, ਤੇ ਦਵਾਈ ਨੂੰ ਸਾਇੰਟੀਫਿਕ ਤੌਰ ਤੇ ਪ੍ਰੂਫ ਕਰਨ ਦੇ ਲਈ ਭੇਜਿਆ ਜਾਊਗਾ। ਸਾਰੀਆਂ ਮਾਨਤਾਵਾਂ ਮਿਲਣ ਤੋਂ ਬਾਅਦ ਇਹਦੀ ਐਡ ਕੀਤੀ ਜਾਊਗੀ, ਫਿਰ ਇਹਦੀ ਪ੍ਰਮੋਸ਼ਨ ਕੀਤੀ ਜਾਊਗੀ। ਜਾਣੀ ਕਿ ਅਸੀਂ ਤਾਂ ਹਾਲੇ ਸਿਰਫ ਦੱਸਿਆ ਸੀ ਕਿ ਅਸੀਂ ਦਵਾਈ ਬਣਾਉਣ 'ਚ ਕਾਮਯਾਬ ਹੋ ਗਏ ਹਾਂ ਤੇ 100 ਦੇ 100 ਮਰੀਜ਼ਾਂ ਤੇ ਕਾਰਗਰ ਸਿੱਧ ਹੋਈ ਹੈ। ਜਾਣੀ ਕਿ ਆਚਾਰੀਆ ਜੀ ਵੀ ਉਸ ਬਿਆਨ ਤੋਂ ਪਲਟ ਗਏ। ਤਾਂ ਬਾਬਾ ਰਾਮਦੇਵ ਦੀ ਵਾਰੀ ਰਹਿੰਦੀ ਸੀ ਕਿ ਬਾਬਾ ਰਾਮਦੇਵ ਆਖਰਕਾਰ ਆਪਣੇ ਬਿਆਨ ਤੋਂ ਕਦੋਂ ਪਲਟਦੇ ਨੇ। ਮਹਾਰਾਸ਼ਟਰ ਦੇ ਵਿੱਚ ਵੀ ਕਿਹਾ ਗਿਆ ਕਿ ਜੇਕਰ ਬਾਬਾ ਰਾਮਦੇਵ ਨੇ ਦਵਾਈ ਲਾਂਚ ਤਾਂ ਕਰਤੀ, ਜੇ ਇਹਦੀ ਪ੍ਰਮੋਸ਼ਨ ਕਰਨ ਦੀ ਕੋਸ਼ਿਸ਼ ਕੀਤੀ, ਇਹਦੀ ਸੇਲ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਬਾਬਾ ਰਾਮਦੇਵ ਨੂੰ ਜੇਲ੍ਹ 'ਚ ਭੇਜਿਆ ਜਾਊਗਾ। ਚੰਡੀਗੜ੍ਹ ਸੈਸ਼ਨ ਕੋਰਟ ਦੇ ਵਿੱਚ ਵੀ ਬਾਬੇ ਦੇ ਵਿਰੁੱਧ ਜਿਹੜੀ ਸ਼ਿਕਾਇਤ ਕੀਤੀ ਗਈ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ PIL ਇਹਦੇ ਤੇ ਪਾਈ ਜਾਣੀ ਹੈਗੀ। ਤਾਂ ਇਸੇ ਤਰ੍ਹਾਂ ਨਹੀਂ ਜਿੱਥੇ ਬਾਬੇ ਦਾ ਮੁੱਖ ਜਿਹੜਾ ਖੇਤੀਬਾੜੀ ਕਰਦੇ ਆ, ਜਿੱਥੇ ਬਾਬਾ ਜੜੀ ਬੂਟੀਆਂ ਪੈਦਾ ਕਰਨ ਦਾ ਦਾਅਵਾ ਕਰਦਾਗਾ, ਉਹ ਉੱਤਰਾਖੰਡ ਸਰਕਾਰ ਵੱਲੋਂ ਬਾਬੇ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਕਿ 1 ਹਫ਼ਤੇ ਦੇ ਵਿੱਚ ਦੱਸੋ ਕਿ ਇਹ ਜਿਹੜੀ ਦਵਾਈ ਤੁਸੀਂ ਬਣਾਈ ਹੈ ਕਿ ਸੱਚਮੁੱਚ ਬਣਾਈ ਹੈ, ਦਵਾਈ ਤੁਸੀਂ ਲਾਂਚ ਕੀਤੀ ਸੀਗੀ। ਕਿਉਂਕਿ ਤੁਸੀਂ ਮੀਡੀਆ 'ਚ ਜੋ ਮਰਜ਼ੀ ਬਿਆਨਬਾਜ਼ੀ ਕਰੋ, ਪਰ ਰਿਟਰਨ ਜੋ ਤੁਸੀਂ ਲਿਖ ਕੇ ਦਿੰਦੇ ਹੋਗੇ ਅਦਾਲਤਾਂ ਦੇ ਵਿੱਚ ਉਹ ਮੰਨਿਆ ਜਾਂਦਾ ਹੈਗਾ। ਸਰਕਾਰੇ ਦਰਬਾਰੇ ਉਹ ਚੀਜ਼ ਚੱਲਦੀ ਹੈਗੀ ਕਿ ਤੁਸੀਂ ਆਖਰਕਾਰ ਲਿਖ ਕੇ ਕੀ ਦਿੱਤਾ।
ਟੀਵੀ ਤੇ ਤੁਸੀਂ ਜੋ ਮਰਜ਼ੀ ਦਾਅਵੇ ਕਰੀ ਜਾਓ ਕਿ ਅਸੀਂ 100 ਠੀਕ ਕਰਤਾ, 1000 ਠੀਕ ਕਰਤਾ, 500 ਠੀਕ ਕਰਤਾ, ਪਰ ਜਦੋਂ ਤੁਸੀਂ ਜੋ ਲਿਖ ਕੇ ਦਿਓਗੇ ਮੰਨਿਆ ਉਹ ਜਾਣਾ ਹੈ। ਤਾਂ ਉੱਤਰਾਖੰਡ ਸਰਕਾਰ ਦੇ ਨੋਟਿਸ ਦੇ ਜਵਾਬ 'ਚ ਬਾਬੇ ਨੇ ਇਹੀ ਲਿਖ ਕੇ ਦਿੱਤਾ ਕਿ ਉਹਨਾਂ ਨੇ ਕੋਈ ਵੀ ਕਰੋਨਾ ਵਾਇਰਸ ਦੀ ਦਵਾਈ ਨਹੀਂ ਬਣਾਈ। ਕਰੋਨਾ ਵਾਇਰਸ ਦੀ ਐਸੀ ਕੋਈ ਦਵਾਈ ਉਹਨਾਂ ਨੇ ਨਹੀਂ ਬਣਾਈ। ਇਹ ਸਿਰਫ ਅਫਵਾਹਾਂ ਨੇ। ਉਹਨਾਂ ਨੇ ਜੋ ਲਾਂਚ ਕੀਤਾ ਉਹ ਕੁਝ ਹੋਰ ਚੀਜ਼ ਸੀ, ਉਹ ਦਵਾਈ ਨਹੀਂ ਸੀਗੀ। ਉਹ ਇੱਕ ਤਰ੍ਹਾਂ ਦਾ ਜਾਣੀ ਕਿ ਉਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਉਹ ਇਮਿਊਨਿਟੀ ਬੂਸਟਰ ਸੀਗਾ। ਤੇ ਇਮਿਊਨਿਟੀ ਬੂਸਟਰ ਕਹਿ ਕੇ ਪਹਿਲਾਂ ਜੇ ਲਾਂਚ ਕਰਦੇ ਤਾਂ ਉਹ ਇੰਨੀ ਪਬਲਿਸਿਟੀ ਉਹਨੂੰ ਨਹੀਂ ਮਿਲਣੀ ਸੀ, ਇੰਨਾ ਨਹੀਂ ਚੱਲਣਾ ਸੀ, ਕਿਉਂਕਿ ਬਾਬਾ ਹੁਣ ਸੰਨਿਆਸੀ ਨਹੀਂ, ਬਾਬਾ ਬਿਜ਼ਨਸਮੈਨ ਵੀ ਹੈ। ਤਾਂ ਬਾਬੇ ਨੇ ਬਿਜ਼ਨਸ ਐਂਗਲ ਤੋਂ ਉਹਨੂੰ ਕਰੋਨਾ ਦੀ ਦਵਾਈ ਕਹਿ ਕੇ ਵੇਚਣ ਦੀ ਕੋਸ਼ਿਸ਼ ਕੀਤੀ, ਪਰ ਹੁਣ ਕਾਨੂੰਨੀ ਦਾ ਪੇਚਾਂ ਦੇ ਵਿੱਚ ਬਾਬਾ ਫਸਦਾ ਜਾ ਰਿਹਾ, ਜਿਸ ਕਰਕੇ ਉੱਤਰਾਖੰਡ ਸਰਕਾਰ ਦੇ ਨੋਟਿਸ ਦੇ ਵਿੱਚ ਬਾਬੇ ਨੇ ਇਹ ਕਿਹਾ ਕਿ ਉਹਨਾਂ ਨੇ ਕਰੋਨਾ ਵਾਇਰਸ ਦੀ ਕੋਈ ਦਵਾਈ ਨਹੀਂ ਬਣਾਈ। ਬਾਬੇ ਦੇ ਨਾਲ ਦੇ ਤਾਂ ਪਹਿਲੇ ਜਿਹੜੇ ਮੁੱਕਰ ਗਏ ਸੀ। ਤਾਂ ਹੁਣ ਇਹ ਜਵਾਬ ਤੋਂ ਬਾਅਦ ਬਾਬਾ ਰਾਮਦੇਵ ਵੀ ਪਲਟੀ ਖਾਂਦਾ ਦਿਖਾਈ ਦੇ ਰਿਹਾ ਤੇ ਇਹੀ ਲੱਗ ਰਿਹਾ ਕਿ ਦਵਾਈ ਤਾਂ ਕਰੋਨਾ ਦੀ ਉਹੀ ਬਣੂਗੀ ਜਿਹੜੀ ਕਿ ਸਾਇੰਸਦਾਨ ਲੈਬਾਂ ਦੇ ਵਿੱਚ ਬਿਲੀਅਨਸ ਆਫ ਡਾਲਰ ਦਾ ਖਰਚਾ ਕਰਕੇ ਲਗਾਤਾਰ ਪ੍ਰਯੋਗ ਕਰ ਰਹੇ ਨੇ ਤੇ ਲਗਾਤਾਰ ਉਹਨੂੰ ਦਵਾਈ ਨੂੰ ਜਲਦੀ ਤੋਂ ਜਲਦੀ ਮਾਰਕੀਟ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਰੋਨਾ ਵਾਇਰਸ ਦੀ ਵੈਕਸੀਨ ਜਲਦੀ ਤੋਂ ਜਲਦੀ ਆ ਜੇ ਤਾਂ ਦਵਾਈ ਤਾਂ ਉਹੀ ਮੰਨੀ ਜਾਊਗੀ। ਬਾਬੇ ਦਾ 4 ਦਿਨ ਦਾ ਖੜਕਾ ਦੜਕਾ ਸੀ, 4 ਦਿਨ ਦੀ ਪਬਲਿਸਿਟੀ ਸੀ। ਕਈ ਮੇਰੇ ਸੱਜਣ ਵੀਰਾਂ ਨੇ ਚੋਰੀ ਛੁਪਿਓ ਦਵਾਈ ਆਰਡਰ ਵੀ ਕੀਤੀ ਹੋਣੀ ਆ, ਤਾਂ ਉਹ ਦਵਾਈ ਹੁਣ ਤੁਹਾਡੇ ਤੱਕ ਨਹੀਂ ਪਹੁੰਚਣੀ, ਕਿਉਂਕਿ ਬਾਬੇ ਨੂੰ ਵੀ ਪਤਾ ਹੈ ਕਿ ਜੇਕਰ ਦਵਾਈ ਦੀ ਡਿਲੀਵਰੀ ਬਾਰੇ ਇੱਕ ਵੀ ਖਬਰ ਬਾਹਰ ਆ ਗਈ ਤਾਂ ਉਹ ਕਾਨੂੰਨੀ ਤੌਰ ਤੇ ਬਹੁਤ ਬੁਰੀ ਤਰ੍ਹਾਂ ਫਸ ਸਕਦੇ ਨੇ, ਕਿਉਂਕਿ ਕਾਨੂੰਨ ਦੇ ਨਜ਼ਰ ਦੇ ਵਿੱਚ ਬਾਬੇ ਦੀ ਜੇ ਇਹ ਦਵਾਈ ਆਉਂਦੀ ਹੈ ਮਾਰਕੀਟ ਦੇ ਵਿੱਚ ਤਾਂ ਉਹ ਧੋਖਾਧੜੀ ਹੋਊਗੀ, ਕਿਉਂਕਿ ਇਹ ਸਾਇੰਟੀਫਿਕ ਤੌਰ ਤੇ ਪ੍ਰੂਫ ਨਹੀਂ ਹੈ। ਕੋਵਿਡ-19 ਇੱਕ ਮਹਾਮਾਰੀ ਹੈ ਤੇ ਇਸ ਕਰਕੇ ਬਾਬਾ ਪਲਟ ਗਿਆ। ਜਿਨ੍ਹਾਂ ਨੇ 545 ਜਾਂ 540 ਰੁਪਏ ਅਦਾ ਵੀ ਕੀਤੇ ਆ ਦਵਾਈ ਵਾਸਤੇ, ਤਾਂ ਉਹ ਮੇਰੇ ਵੀਰ ਆਪਣੇ ਆਪਣੇ ਵਾਪਸ ਮੰਗਵਾ ਲਓ। ਜੇ ਵਾਪਸ ਨਹੀਂ ਵੀ ਆਉਂਦੇ ਤਾਂ ਸਬਰ ਦਾ ਘੁੱਟ ਭਰ ਲਓ, ਕਿਉਂਕਿ ਦਵਾਈ ਤਾਂ ਹੁਣ ਆਉਣ ਵਾਲੀ ਨਹੀਂ। ਦਵਾਈ ਤਾਂ ਉਹੀ ਆਊਗੀ, ਵੈਕਸੀਨ ਤਾਂ ਜਿਹੜੀ ਸਾਇੰਸਦਾਨ ਬਣਾ ਕੇ ਜਲਦੀ ਤੋਂ ਜਲਦੀ ਲੈ ਕੇ ਆਉਣਗੇ।